हाँ जी प्यारे बच्चों, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਕੰਪੀਟੀਸ਼ਨ ਵਾਰੀਅਰ ਤੇ। ਬੱਚਿਓ ਅੱਜ ਆਪਾਂ ਜਿਹੜੇ ਡਿਸਕਸ ਕਰਾਂਗੇ, ਆਪਾਂ ਨੂੰ ਪਤਾ ਹੈ ਕਿ ਪੀਪੀਐਸਸੀ ਦਾ ਸੀਨੀਅਰ ਅਸਿਸਟੈਂਟ ਦਾ ਪੇਪਰ ਆਇਆ ਸੀ ਜੀ। ਉਹਦੇ ਲੈਵਲ ਦੇ ਜਿਹੜੇ ਆਪਣੇ ਬੱਚਿਓ ਮੈਥ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਆ ਪਰਸੈਂਟੇਜ ਟੌਪਿਕ ਦੇ। ਆਪਾਂ ਉਹ ਕੁਐਸਚਨ ਡਿਸਕਸ ਕਰਾਂਗੇ ਜਿਹੜੇ ਬਿਲਕੁਲ ਪੀਪੀਐਸਸੀ ਦੇ ਲੈਵਲ ਦੇ ਕੁਐਸਚਨ ਹੁੰਦੇ ਆ ਜੀ। ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ। हाँ जी बच्चों, अपने को फर्स्ट क्वेश्चन है। फर्स्ट क्वेश्चन ਦੇ ਵਿੱਚ ਆਪਾਂ ਨੂੰ ਬੱਚਿਓ ਕੀ ਕਹਿ ਰਹੇ ਨੇ, द प्राइस ऑफ द टी। ਬੱਚਿਓ टी ਆਪਣੇ ਕੋਲੇ ਜਿਹੜਾ टी ਹੈ ਉਹਦਾ ਪ੍ਰਾਈਸ ਕੀ ਹੋਇਆ ਬੱਚਿਓ 40% ਇਨਕਰੀਜ਼ ਹੋ ਗਿਆ। 40% ਕੀ ਹੋ ਗਿਆ ਬੱਚਿਓ, ਇਨਕਰੀਜ਼ ਹੋ ਗਿਆ, ਵੱਧ ਗਿਆ। ਡਿਊ ਟੂ ਦਿਸ, ਇਹਦੇ ਕਾਰਨ ਬੱਚਿਓ ਕੀ ਹੋ ਗਿਆ, ਫੈਮਿਲੀ ਯੂਜ਼ ਕੀ ਕਰ ਰਹੀ ਹੈ ਬੱਚਿਓ 20 kg ਲੈਸ, 20 ਕਿਲੋ ਘੱਟ ਯੂਜ਼ ਕਰਨ ਲੱਗੀ। ਠੀਕ ਹੈ ਜੀ। ਉਸ ਤੋਂ ਬਾਅਦ ਸੋ ਡੈਟ ਐਕਸਪੈਂਡੀਚਰ, ਜਿਹਨਾਂ ਦੇ ਵਿੱਚੋਂ ਖਰਚੇ ਨੇ ਬਿੱਲ ਵੀ ਡੀਕਰੀਜ਼ ਬਾਈ 10%। ਬੱਚੇ ਉਹਨਾਂ ਦੇ ਖਰਚੇ ਵੀ ਕੀ ਹੋ ਗਏ 10% ਘਟਾਤੇ ਉਹਨਾਂ ਨੇ। ਆਪਾਂ ਨੂੰ ਪੁੱਛ ਰਿਹਾ ਬੱਚੋ ਫਾਈਂਡ ਦਾ ਕੰਜੰਪਸ਼ਨ, ਤਾਂ ਉਹਨਾਂ ਦੀ ਜਿਹੜੀ ਕੰਜੰਪਸ਼ਨ ਆ ਬੱਚੋ ਉਹ ਕਿੰਨੇ ਪਰਸੈਂਟ ਕਰਤੀ। ਹੁਣ ਕਿੰਨੇ ਪਰਸੈਂਟ ਜਿਹੜੀ ਟੀ ਆ ਉਹ ਕਿੰਨੇ ਕਿਲੋ ਯੂਜ਼ ਕਰਨ ਲੱਗੇ ਬੱਚੋ, ਕਿੰਨੇ ਯੂਜ਼ ਕਰਨ ਲੱਗੇ ਬੱਚੋ, ਕਿੰਨੇ ਆਪਣੇ ਕੋਲੇ ਕਿੰਨੀ ਟੀ ਜਿਹੜੀ ਕੰਜੰਪਸ਼ਨ ਆਪਾਂ ਯੂਜ਼ ਕਰਨ ਲੱਗੇ। ਹਾਂਜੀ ਬੱਚੋ ਦੇਖੋ, ਇਹਦੇ ਵਿੱਚ ਆਪਾਂ ਗੱਲ ਕਰਦੇ ਆ 40% ਦੀ ਗੱਲ ਕੀਤੀ ਬੱਚੋ। ਰੇਟ ਦੇ ਵਿੱਚ ਬੱਚੋ ਕਿੰਨਾ ਇੰਕਰੀਮੈਂਟ ਹੋ ਗਿਆ 40%, 40% ਦਾ ਜਿਹੜਾ ਇੰਕਰੀਮੈਂਟ ਆ ਬੱਚੋ ਰੇਟ ਦੇ ਵਿੱਚ ਹੋ ਗਿਆ। 40% ਨੂੰ ਬੱਚੋ ਆਪਾਂ ਕੀ ਕਹਿ ਸਕਦੇ ਆ, 40% ਨੂੰ ਬੱਚੋ ਆਪਾਂ ਕੀ ਕਹਿ ਸਕਦੇ ਆ ਕਿ 2/5। 40% ਨੂੰ ਬੱਚੋ ਆਪਾਂ ਕਿੰਨਾ ਕਹਿ ਸਕਦੇ ਆ 2/5। ਠੀਕ ਹੈ ਬੱਚੋ, ਜਿਹੜਾ ਰੇਟ ਪਹਿਲਾਂ 5 ਰੁਪਏ ਸੀ ਹੁਣ ਰੇਟ ਬੱਚੋ ਕਿੰਨਾ ਹੋ ਗਿਆ 7 ਰੁਪਏ। ਠੀਕ ਹੈ ਬੱਚੋ, ਜਿਹਦਾ ਰੇਟ ਪਹਿਲਾਂ ਕਿੰਨਾ ਸੀ 5 ਰੁਪਏ, ਹੁਣ ਬੱਚੋ ਦਾ ਰੇਟ ਕਿੰਨਾ ਹੋ ਗਿਆ 7 ਰੁਪਏ। ਠੀਕ ਹੈ ਜੀ। ਜੇ ਰੇਟ 5 ਰੁਪਏ ਸੀ ਹੁਣ 7 ਹੋ ਗਿਆ। ਜੇ ਆਪਾਂ ਕੰਜੰਪਸ਼ਨ ਕੀ ਕਰੀਏ, ਪਹਿਲਾਂ ਜੇ ਆਪਾਂ 7 ਕਿਲੋ ਲਿਆਉਂਦੇ ਸੀ ਬੱਚੋ, ਹੁਣ ਆਪਾਂ 5 ਲਿਆਉਣ ਲੱਗ ਜਾਂਦੇ। ਠੀਕ ਹੈ, ਇਹਦੇ ਨਾਲ ਕੀ ਹੋਊ ਬੱਚੋ, ਆਪਣਾ ਖਰਚਾ ਸੇਮ ਰਹੂਗਾ। ਠੀਕ ਹੈ, ਇਹਦੇ ਨਾਲ ਬੱਚੋ ਆਪਣਾ ਖਰਚਾ ਸੇਮ ਰਹੂਗਾ। ਪਰ ਕੁਐਸਚਨ ਦੇ ਵਿੱਚ ਕਿਹਾ ਗਾ ਜਿਹੜਾ ਆਪਾਂ ਐਕਸਪੈਂਡੀਚਰ ਆਪਣੇ ਬੱਚੇ ਜਿਹੜੇ ਖਰਚੇ ਨੇ ਉਹ ਵੀ ਆਪਾਂ 10% ਡੀਕਰੀਜ਼ ਕਰਨੇ ਆ ਬੱਚੋ, ਉਹ ਵੀ ਆਪਾਂ 10% ਡੀਕਰੀਜ਼ ਕਰਨੇ ਆ। ਪਹਿਲਾਂ ਦੀ ਕੋਈ ਤੱਕ ਆਪਾਂ ਸੋਲਵ ਕਰ ਲੈਣੇ ਆ, ਉਸ ਤੋਂ ਬਾਅਦ ਜਿਹੜਾ ਵੀ ਆਪਣੇ ਕੋਲ ਆਨਸਰ ਆਊਗਾ ਉਹਨੂੰ ਆਪਾਂ 10% ਘਟਾ ਦਾਂਗੇ ਬੱਚੋ। ਹੁਣ ਦੇਖੋ ਆ ਸੀ ਆਪਣੇ ਕੋਲੇ ਪ੍ਰਾਈਸ, ਰੇਟ, ਆ ਆਪਣੇ ਕੋਲੇ ਕੁਆਂਟੀਟੀ। ਠੀਕ ਹੈ ਬੱਚੋ, ਪਹਿਲਾਂ ਜਿਹੜੀ ਕੁਆਂਟੀਟੀ ਆਪਾਂ 7 ਪਾਰਟ ਯੂਜ਼ ਕਰਦੇ ਬੱਚੋ, ਹੁਣ ਕਿੰਨੇ ਕਰਨ ਲੱਗੇ 5 ਪਾਰਟ। ਇਹਨਾਂ ਦੇ ਵਿੱਚੋਂ ਬੱਚੋ ਕਿੰਨੇ ਦਾ ਫਰਕ ਹੈ, ਇਹਨਾਂ ਦੇ ਵਿੱਚ ਫਰਕ ਬੱਚੋ ਕਿੰਨੇ ਦਾ ਆਪਣੇ ਕੋਲੇ ਹੋਏਗਾ ਬੱਚੋ, ਫਰਕ ਹੈ ਜਿਹੜਾ ਆਪਣੇ ਕੋਲ ਕਿੰਨੇ ਦਾਗਾ 20 kg ਦਾ ਬੱਚੋ। 2 ਪਾਰਟ ਨੇ ਦੇਖੋ 7 ਤੇ 5 ਚ ਕਿੰਨਾ 2 ਆ ਫਰਕ ਹੈ। 2 ਪਾਰਟਾਂ ਕਰਕੇ ਬੱਚੋ ਆਪਾਂ 20 ਕਿਲੋ ਘੱਟ ਲਿਆਉਣ ਲੱਗੇ। ਇੱਕ ਪਾਰਟ ਕਰਕੇ ਬੱਚੋ ਕਿੰਨੇ ਦਾ ਫਰਕ ਹੋਊਗਾ 10 ਦਾ। ਕਿੰਨੇ ਦਾ ਫਰਕ ਹੋਊਗਾ ਬੱਚੋ 10 ਦਾ। ਠੀਕ ਹੈ, 10 ਮਤਲਬ ਬੱਚੋ ਇੱਥੇ ਕਿੰਨਾ ਆਉਂਦਾ ਹੋਊ, ਪਹਿਲਾਂ 70 ਕਿਲੋ ਆਉਂਦਾ ਹੋਊ ਬੱਚੋ, ਕਿੰਨਾ 70 kg। ਹੁਣ ਬੱਚੋ ਆਪਾਂ ਕਿੰਨਾ ਲੱਗੇ ਲਿਆਉਣ ਲੱਗੇ 10 ਨਾਲ ਮਲਟੀਪਲਾਈ ਕਰਾਂਗੇ ਬੱਚੋ ਕਿੰਨਾ 50 kg। ਠੀਕ ਹੈ ਜੀ, ਇੱਥੇ ਤੱਕ ਬੱਚੋ ਗੱਲ ਸਮਝ ਆ ਗਈ। ਪਹਿਲਾਂ ਆਪਾਂ 70 kg, ਪਹਿਲਾਂ ਆਪਾਂ 70 ਕਿਲੋ ਲੈ ਕੇ ਆਉਂਦੇ ਹੁੰਦੇ ਸੀ ਬੱਚੋ, ਹੁਣ ਕਿੰਨਾ ਲੈ ਕੇ ਆਉਣ ਲੱਗੇ ਆਪਾਂ 50 ਕਿਲੋ ਲੈ ਕੇ ਆਉਣ ਲੱਗੇ। ਜੇ ਆਪਾਂ 70 ਕਿਲੋ ਤੋਂ ਬੱਚੋ 50 ਕਿਲੋ ਤੇ ਆਏ ਤਾਂ ਆਪਣੇ ਖਰਚੇ ਬੱਚੋ ਸੇਮ ਰਹਿਣਗੇ। ਪਰ ਅੱਗੇ ਆਪਾਂ ਨੂੰ ਕੰਡੀਸ਼ਨ ਦਿੱਤੀ ਆ ਕਿ ਜਿਹੜਾ ਆਪਣਾ ਖਰਚਾ ਬੱਚੋ ਐਕਸਪੈਂਡੀਚਰ ਨੇ ਜਿਹੜੇ ਆਪਣੇ ਉਹ ਵੀ ਬੱਚੋ ਆਪਾਂ 10% ਘਟਾਉਣੇ ਆ। ਪਹਿਲਾਂ ਆਪਾਂ ਕਿੰਨਾ ਲੈ ਕੇ ਆਉਣੇ ਬੱਚੋ 50 kg ਲਿਆਉਣੇ ਆ ਤਾਂ ਆਪਣੇ ਖਰਚੇ ਸੇਮ ਰਹਿੰਦੇ ਨੇ। ਪਰ ਬੱਚੋ ਇਹਦੇ ਚੋਂ ਵੀ ਆਪਾਂ 10% ਘੱਟ ਲਿਆਵਾਂਗੇ, ਇਹਨੂੰ ਕਹਾਂਗੇ ਕਿਹਦੇ ਬਰਾਬਰ ਆ ਬੱਚੋ 100% ਦੇ ਬਰਾਬਰ। ਆਪਾਂ ਸਿਰਫ ਕਿੰਨਾ ਲੈ ਕੇ ਆਵਾਂਗੇ ਬੱਚੋ 90%। 2 ਜ਼ੀਰੋ ਦੇ ਨਾਲ ਬੱਚੋ 2 ਜ਼ੀਰੋ ਕੈਂਸਲ ਕਰਾਂਗੇ ਤਾਂ ਕਿੰਨਾ ਹੋਊਗਾ ਬੱਚੋ 45 kg। ਆਪਣੀ ਜਿਹੜੀ ਕੰਜੰਪਸ਼ਨ ਆ ਬੱਚੋ ਕਿੰਨੀ ਹੋਊਗੀ 45 kg। ਹੁਣ ਆਪਾਂ ਕਿੰਨਾ ਵਰਤਿਆ ਕਰਾਂਗੇ ਬੱਚੋ 45 kg ਟੀ ਵਰਤਾਂਗੇ, ਜਿਹੜਾ ਕਿ ਬੱਚੋ ਆਪਣਾ A ਵਾਲਾ ਆਨਸਰ ਹੈ। ਠੀਕ ਹੈ ਜੀ, A ਵਾਲਾ ਆਨਸਰ ਹੈ। ਜੇ ਬੱਚੋ ਜੇ ਰੇਟ 5 ਤੋਂ 7 ਹੋ ਗਿਆ ਤਾਂ ਜੇ ਆਪਾਂ ਯੂਜ਼ 7 ਤੋਂ 5 ਕਰ ਲਈਏ, ਇਹਦੇ ਨਾਲ ਬੱਚੇ ਆਪਣੇ ਖਰਚੇ ਸੇਮ ਰਹਿੰਦੇ ਨੇ। ਇੱਥੋਂ ਤੱਕ ਬੱਚੋ ਖਰਚੇ ਸੇਮ ਰਹਿੰਦੇ ਨੇ। ਜੇ ਆਪਾਂ 50 kg ਲਿਆਵਾਂਗੇ, 2 ਪਾਰਟ ਕਿਹਦੇ ਬਰਾਬਰ ਬੱਚੋ 20 kg ਦੇ ਬਰਾਬਰ। ਦੇਖੋ 2 ਪਾਰਟ ਦਾ ਫਰਕ ਕਿਆ 7 ਤੋਂ 5 ਦਾ ਪੈਗਾ। 7 ਤੋਂ 5 ਦੇ ਨਾਲ ਬੱਚੋ 20 kg ਘੱਟ ਆਉਣ ਲੱਗੀ। ਇਹਦਾ ਮਤਲਬ ਬੱਚੋ 2 ਪਾਰਟ ਕਿਹਦੇ ਬਰਾਬਰ ਆਪਣੇ 20 ਦੇ ਬਰਾਬਰ। ਇੱਕ ਪਾਰਟ ਬੱਚੋ ਕਿਹਦੇ ਬਰਾਬਰ ਆ ਗਿਆ ਆਪਣੇ ਕੋਲੇ 10 ਕਿਲੋ ਦੇ ਬਰਾਬਰ। ਜੇ ਬੱਚੋ ਇੱਕ ਪਾਰਟ 10 ਕਿਲੋ ਦੇ ਬਰਾਬਰ ਆ ਗਿਆ, ਇਹਦਾ ਮਤਲਬ ਪਹਿਲਾਂ ਆਪਾਂ ਕਿੰਨਾ ਲਿਆਉਂਦੇ ਸੀ ਬੱਚੋ 70 kg, ਹੁਣ ਕਿੰਨਾ ਲਿਆਉਣ ਲੱਗੇ ਬੱਚੋ 50 kg। ਪਹਿਲਾਂ ਬੱਚੋ ਕਿੰਨਾ ਲਿਆਉਂਦੇ ਸੀ ਆਪਾਂ 70 kg ਲਿਆਉਂਦੇ ਸੀ, ਹੁਣ ਕਿੰਨਾ ਲਿਆਉਣ ਲੱਗੇ ਆਪਾਂ 50 kg। ਹੁਣ ਜੇ ਆਪਾਂ 50 kg ਲਿਆਵਾਂਗੇ ਬੱਚੇ ਆਪਣੇ ਜਿਹੜੇ ਖਰਚੇ ਨੇ ਉਹ ਬਰਾਬਰ ਰਹਿਣਗੇ। ਬਟ ਇਹਨਾਂ ਨੇ ਕਿਹਾ ਵੀ ਜਿਹੜਾ ਖਰਚਾ ਐਕਸਪੈਂਡੀਚਰ ਆ ਉਹ ਵੀ ਆਪਾਂ 10% ਘਟਾ ਦਈਏ। ਆਪਾਂ ਲਿਆਉਣ ਲੱਗੇ ਬੱਚੇ 50 kg। 50 kg ਦਾ ਵੀ ਆਪਾਂ ਕਿੰਨਾ ਲਿਆਵਾਂਗੇ ਬੱਚੇ 90%, ਕਿਉਂਕਿ ਆਪਾਂ 10% ਘਟਾ ਦਾਂਗੇ। ਇਹਦਾ ਬੱਚੇ 90% ਕਿੰਨਾ ਹੋਊਗਾ 45 kg। ਤਾਂ ਬੱਚੇ ਹੁਣ ਆਪਾਂ ਕਿੰਨਾ ਲੈ ਕੇ ਆਵਾਂਗੇ 45 kg। ਠੀਕ ਹੈ ਜੀ, ਆਪਣਾ ਆਨਸਰ ਕਿੰਨਾ ਹੋਊਗਾ ਬੱਚੇ 45 kg। ਉਸ ਤੋਂ ਬਾਅਦ ਬੱਚਾ ਅਗਲਾ ਕਰਦੇ ਆਪਾਂ। ਹਾਂਜੀ ਬੱਚੋ, ਬੜਾ ਸਿੰਪਲ ਤੇ ਟ੍ਰਿਕੀ ਸਵਾਲ ਹੈ ਬੱਚੋ, ਪਰ
ਪੀਪੀਐਸਸੀ ਦੇ ਵਿੱਚ ਇਸ ਤਰ੍ਹਾਂ ਪੁੱਛੇ ਜਾਂਦੇ ਆ। ਕੀ ਲਿਖ ਰਿਹਾ ਬੱਚਿਓ ਆਪਾਂ ਰਿਡਿਊਸਿੰਗ ਦਾ ਪ੍ਰਾਈਸ ਆਫ 2 ਰੁਪਏ ਕੇਜੀ ਦਾ ਪ੍ਰਾਈਸ ਆਫ ਸ਼ੂਗਰ। ਬੱਚਿਓ ਜਿਹੜੀ ਆਪਣੇ ਕੋਲੇ ਖੰਡ ਹੈ ਸ਼ੂਗਰ ਉਹਦਾ ਜਿਹੜਾ ਆਪਾਂ ਪ੍ਰਾਈਸ ਆ ਬੱਚਿਓ ਪ੍ਰਾਈਸ ਬੱਚਿਓ ਕਿੰਨਾ ਘਟਾਤਾ ਬੱਚਿਓ 2 ਰੁਪਏ ਕੇਜੀ। 2 ਰੁਪਏ ਦੇ ਹਿਸਾਬ ਨਾਲ ਬੱਚਿਓ ਆਪਾਂ ਪ੍ਰਾਈਸ ਘਟਾਤਾ ਉਹਦਾ 2 ਰੁਪਏ ਦੇ ਹਿਸਾਬ ਨਾਲ ਬੱਚਿਓ ਪ੍ਰਾਈਸ ਘਟਾਤਾ ਕਿਹਦਾ ਬੱਚਿਓ ਸ਼ੂਗਰ ਦਾ। ਸ਼ੂਗਰ ਦਾ ਬੱਚਿਓ ਆਪਾਂ ਜਿਹੜਾ ਪ੍ਰਾਈਸ ਆ 2 ਰੁਪਏ ਘਟਾਤਾ ਕੇਜੀ ਦੇ ਹਿਸਾਬ ਨਾਲ। ਜਦੋਂ ਬੱਚਿਓ ਆਪਾਂ 2 ਰੁਪਏ ਕੇਜੀ ਦੇ ਹਿਸਾਬ ਨਾਲ ਘਟਾਇਆ ਤਾਂ ਕੀ ਹੋਇਆ ਬੱਚਿਓ ਆਪਾਂ ਨੂੰ 4 ਕੇਜੀ ਸ਼ੂਗਰ 4 ਕਿਲੋ ਬੱਚਿਓ ਮੋਰ ਮਿਲਣ ਲੱਗੀ। ਕਿੰਨੀ ਮਿਲਣ ਲੱਗੀ ਬੱਚਿਓ 4 ਕੇਜੀ। 4 ਕੇਜੀ ਬੱਚਿਓ ਆਪਾਂ ਨੂੰ ਮੋਰ ਮਿਲਣ ਲੱਗੀ। ਠੀਕ ਹੈ ਜੀ। ਜਿਹੜੀ ਬੱਚਿਓ 4 ਕੇਜੀ ਆਪਾਂ ਨੂੰ ਮੋਰ ਮਿਲਣ ਲੱਗੀ ਆ ਉਹ ਕਿੰਨੇ ਰੁਪਏ ਦੇ ਵਿੱਚ ਬੱਚਿਓ 16 ਰੁਪਏ ਦੇ ਵਿੱਚ। ਆਪਾਂ ਬੱਚਿਓ ਪਹਿਲਾਂ ਵੀ 16 ਰੁਪਏ ਦੀ ਚੀਜ਼ ਲੈ ਕੇ ਆਉਂਦੇ ਸੀ, ਹੁਣ ਵੀ ਆਪਾਂ 16 ਰੁਪਏ ਦੀ ਚੀਜ਼ ਲੈ ਕੇ ਆ ਰਹੇ ਹਾਂ ਬੱਚਿਓ। ਹੁਣ ਫਰਕ ਕੀ ਪੈ ਗਿਆ ਜਦੋਂ ਰੇਟ 2 ਰੁਪਏ ਪਰ ਕੇਜੀ ਘਟ ਗਿਆ ਉਹਦੇ ਨਾਲ ਆਪਾਂ ਨੂੰ 4 ਕਿਲੋ ਜ਼ਿਆਦਾ ਪੈਣ ਲੱਗ ਗਈ ਮਿਲਣ ਲੱਗ ਗਈ। ਠੀਕ ਹੈ ਬੱਚਿਓ। ਹੁਣ ਜੇ ਆਪਾਂ ਨੂੰ 4 ਕਿਲੋ ਜ਼ਿਆਦਾ ਮਿਲਣ ਲੱਗ ਗਈ ਦੇਖੋ ਬੱਚਿਓ ਕਿੰਨੀ ਜ਼ਿਆਦਾ ਮਿਲਦੀ ਆ 4 ਕਿਲੋ। ਰੇਟ ਦਾ ਕਿੰਨੇ ਦਾ ਫਰਕ ਪਿਆ ਬੱਚਿਓ 2 ਰੁਪਏ ਦਾ। ਤਾਂ ਬੱਚਿਓ ਕਿੰਨੇ ਦਾ ਫਰਕ ਪੈ ਗਿਆ ਆਪਾਂ ਨੂੰ 8 ਰੁਪਏ ਦਾ ਫਰਕ ਪੈ ਗਿਆ। ਠੀਕ ਹੈ ਬੱਚਿਓ ਕਿੰਨੇ ਦਾ ਫਰਕ ਪੈ ਗਿਆ 8 ਰੁਪਏ ਦਾ ਆਪਾਂ ਨੂੰ ਫਰਕ ਪੈ ਗਿਆ। ਠੀਕ ਹੈ ਜੀ। ਹੁਣ ਆਪਾਂ ਨੂੰ ਉਹੀ ਚੀਜ਼ ਆਪਾਂ ਨੂੰ ਕਿੰਨੇ ਚ ਮਿਲਣ ਲੱਗੀ 8 ਰੁਪਏ ਦੇ ਵਿੱਚ ਮਿਲਣ ਲੱਗੀ ਜਿਹੜੀ ਕਿ ਬੱਚਿਓ ਆਪਾਂ ਨੂੰ 16 ਰੁਪਏ ਦੇ ਵਿੱਚ ਮਿਲਦੀ ਸੀ। तो देखो बच्चों आपको 8 रुपए ਦੇ ਵਿੱਚ ਮਿਲਣ ਲੱਗੀ ਉਹ ਚੀਜ਼ ਪਹਿਲਾਂ ਕਿੰਨੇ ਚ ਮਿਲਦੀ ਸੀ ਬੱਚਿਓ ਆਪਾਂ ਨੂੰ ਉਹ 16 ਰੁਪਏ ਦੇ ਵਿੱਚ। ਤਾਂ ਆਪਾਂ ਨੂੰ ਕਿੰਨੇ ਦਾ ਫਰਕ ਪੈ ਗਿਆ ਬੱਚਿਓ 8 ਰੁਪਏ ਦਾ ਫਰਕ ਪੈ ਗਿਆ। ਤਾਂ ਆਪਣੇ ਕੋਲ ਜਿਹੜਾ ਬੱਚਿਓ ਰੇਟ ਆ ਗਿਆ ਪਹਿਲਾ ਰੇਟ ਫਿਰ ਆਪਣੇ ਕੋਲ ਬੱਚਿਓ ਕੀ ਸੀ ਹੁਣ ਰੇਟ ਦੇਖੋ ਬੱਚਿਓ ਆਪਣੇ ਕੋਲ 4 ਕੇਜੀ ਠੀਕ ਆ 8 ਆ ਗਿਆ ਤਾਂ ਆਪਣੇ ਕੋਲ ਬੱਚਿਓ 4 ਕੇਜੀ ਦਾ 8 ਨਾਲ ਫਰਕ ਪੈਂਦਾ ਕਿੰਨਾ ਆ ਗਿਆ ਰੇਟ 2 ਰੁਪਏ। ਹੁਣ ਬੱਚਿਓ ਜਿਹੜਾ ਘਟ ਕੇ ਰੇਟ ਕਿੰਨਾ ਆ ਗਿਆ 2 ਰੁਪਏ। ਠੀਕ ਹੈ। ਪਹਿਲਾ ਰੇਟ ਬੱਚਿਓ ਕਿੰਨਾ ਹੁੰਦਾ ਸੀ 2 रुपए ज्यादा सी क्योंकि 2 रुपए घटे बच्चों पहला रेट कितना होता सी पहला रेट कितना होता सी 4 रुपए। हां जी बच्चों समझ आ गया पहला रेट कितना होता सी 4 रुपए हुन रेट कितना रह गया 2 रुपए क्योंकि बच्चों किन्नियां 4 किलो अपन वाधा होने लगी जेडी वो 4 किलो वाधा होने लगी वो कितने रुपए करके 8 रुपए करके होने लगी तो कितना रेट रह गया बच्चों 2 रुपए केजी हुन घटया होया रेट। पहला कितना सी बच्चों 2 रुपए रेट ज्यादा सी पहला कितना रेट सी बच्चों 4 रुपए। अपना केड़ा आंसर होगा इन्होंने पूछ के बच्चों फाइंड द ओरिजिनल नंबर ऑफ ओरिजिनल प्राइस ਜਿਹੜਾ ਪਹਿਲਾ ਵਾਲਾ ਪ੍ਰਾਈਸ ਬੱਚੋ ਕਿੰਨਾ ਸੀ 4 ਰੁਪਏ। ਤਾਂ ਬੱਚੋ ਆਪਣਾ ਆਨਸਰ ਕੀ ਹੋਊਗਾ 4 ਰੁਪਏ। ਠੀਕ ਹੈ ਜੀ ਆਪਾਂ ਇਹਨੂੰ ਇਸ ਤਰ੍ਹਾਂ ਕਰ ਸਕਦੇ ਹਾਂ। ਉਸ ਤੋਂ ਬਾਅਦ ਅਗਲਾ ਦੇਖਦੇ ਹਾਂ। ਹਾਂਜੀ ਬੱਚੋ ਆ ਦੇਖੋ ਆਪਣੇ ਕੋਲੇ ਕੁਐਸਚਨ ਹੈ ਕਿ ਦੇਖੋ ਬੱਚੋ ਕੀ ਕਹਿੰਦੇ ਇਹਦੇ ਵਿੱਚ ਕਿ ਆਊਟ ਆਫ ਦਾ ਸਲਟ ਪ੍ਰੋਡਿਊਸ ਬਾਈ ਦਾ ਫੈਕਟਰੀ ਇੱਕ ਫੈਕਟਰੀ ਵਿੱਚੋਂ ਸਲਟਾਂ ਬਣਾਉਂਦੀ ਆ ਉਹਦੇ ਵਿੱਚੋਂ ਕੀ ਹੁੰਦਾ ਬੱਚੋ 15% ਆਰ ਡਿਫੈਕਟ 15% ਦਾ ਬੱਚੋ ਉਹਨਾਂ ਚੋਂ ਖਰਾਬ ਨਿਕਲ ਜਾਂਦੀਆਂ ਨੇ। ਠੀਕ ਹੈ। ਇੱਕ ਜਿਹੜੀ ਫੈਕਟਰੀ ਆ ਉਹ ਸਲਟਾਂ ਬਣਾਉਂਦੀ ਆ ਉਹਦੇ ਵਿੱਚੋਂ ਬੱਚੋ 15% ਕੀ ਹੋ ਜਾਂਦਾ ਡਿਫੈਕਟ ਪੀਸ ਨਿਕਲ ਜਾਂਦੇ ਆ ਖਰਾਬ ਨਿਕਲ ਜਾਂਦੇ ਆ। ਵਾਈਲ 20% ਰੈਸਟ ਜਿਹੜੇ ਬੱਚੋ ਰਹਿ ਗਿਆ ਉਹਦਾ 20% ਕੀ ਕਰਦੇ ਆ ਬੱਚੋ ਡੈਮੋਸਟੈਟਿਕ ਮਾਰਕੀਟ ਘਰੇਲੂ ਮਾਰਕੀਟ ਦੇ ਵਿੱਚ ਵਰਤ ਲੈਂਦੇ ਆ। ਬੱਚੋ ਦਾ ਜਿਹੜਾ 20% ਆ 20% ਆ ਉਹ ਘਰੇਲੂ ਮਾਰਕੀਟ ਦੇ ਵਿੱਚ ਮਤਲਬ ਲੋਕਾਂ ਦੇ ਘਰਾਂ ਦੇ ਵਿੱਚ ਵੇਚ ਦਿੰਦੇ ਆ। ਉਸ ਤੋਂ ਬਾਅਦ ਬੱਚੋ ਕੀ ਕਹਿੰਦੇ ਆ ਇਫ ਦਾ ਰਿਮੇਨਿੰਗ ਜਿਹੜਾ ਬਚ ਗਿਆ ਬੱਚੋ ਕਿੰਨਾ ਬਚਦਾ ਬੱਚੋ ਆਪਣੇ ਕੋਲੇ 88 40 ਕਿੰਨਾ ਬਚਦਾ ਬੱਚੋ 88 40 ਆਪਣੇ ਕੋਲੇ ਬਚ ਗਈਆਂ ਸਲਟਾਂ ਆਰ ਲੈਫਟ ਬਾਹਰ ਕਾਦੇ ਵਾਸਤੇ ਬੱਚੋ ਐਕਸਪੋਰਟ ਕਰਨ ਵਾਸਤੇ ਬਾਹਰ ਭੇਜਣ ਵਾਸਤੇ ਜਿਹੜੀਆਂ ਬੱਚੋ ਆਪਣੇ ਕੋਲ ਸਲਟਾਂ ਬਚਦੀਆਂ ਨੇ ਉਹ ਕਿੰਨੀਆਂ ਬਚਦੀਆਂ ਨੇ ਬੱਚੋ ਬਚਦੀਆਂ ਆਪਣੇ ਕੋਲੇ 88 40 ਕਿੰਨੀਆਂ ਬਚਦੀਆਂ ਬੱਚੋ 88 40 ਆਪਣੇ ਕੋਲੇ ਸਲਟਾਂ ਬਚਦੀਆਂ ਨੇ ਜਿਨ੍ਹਾਂ ਨੂੰ ਆਪਾਂ ਐਕਸਪੋਰਟ ਕਰਾਂਗੇ ਬਾਹਰ ਭੇਜਾਂਗੇ। ਹੁਣ ਬੱਚੋ ਪੁੱਛਦੇ ਨੇ ਦੈਨ ਦਾ ਨੰਬਰ ਆਫ ਸਲਟ ਪ੍ਰੋਡਿਊਸ ਇਨ ਦਾ ਫੈਕਟਰੀ ਬੱਚੋ ਜਿਹੜੇ ਟੋਟਲ ਨੰਬਰ ਆਫ ਸੈਲਟ ਪ੍ਰੋਡਿਊਸ ਨੇ ਫੈਕਟਰੀ ਦੇ ਵਿੱਚ ਉਹ ਕਿੰਨੀਆਂ ਸੀ ਬੱਚੋ ਜਿਹੜੇ ਟੋਟਲ ਨੰਬਰ ਆਫ ਸੈਲਟਾਂ ਪ੍ਰੋਡਿਊਸ ਕਰਦੀ ਹੈ ਫੈਕਟਰੀ ਦੇ ਵਿੱਚ ਪੈਦਾ ਹੁੰਦੀਆਂ ਨੇ ਉਹ ਕਿੰਨੀਆਂ ਨੇ। ਆਪਾਂ ਕਹਾਂਗੇ ਬੱਚੋ ਟੋਟਲ ਜਿਹੜੀ ਪ੍ਰੋਡਕਸ਼ਨ ਹੁੰਦੀ ਆ ਉਹ ਕਿੰਨੀ ਹੁੰਦੀ ਆ 100% ਬੱਚੋ ਕਿੰਨੀ ਹੁੰਦੀ ਆ ਟੋਟਲ ਪ੍ਰੋਡਕਸ਼ਨ ਕਿੰਨੀ ਹੁੰਦੀ ਆ 100%। ਇਹਦੇ ਵਿੱਚੋਂ ਬੱਚੋ ਕੀ ਹੋ ਗਿਆ 15% ਕੀ ਹੋ ਗਿਆ ਜਿਹੜੇ ਪੀਸ ਆਫ ਡਿਫੈਕਟ ਨਿਕਲ ਗਏ ਤਾਂ ਬੱਚੋ ਕਿੰਨੀਆਂ ਬਚ ਗਈਆਂ 85% ਬੱਚੋ ਕਿੰਨੇ ਬਚ ਗਏ 85% ਕਿੰਨੇ ਬਚ ਗਏ 85% 85% ਤੋਂ ਬੱਚੋ 20% 85% ਦਾ 20% ਕਿੰਨਾ ਹੋਗਾ ਬੱਚੋ ਆਪਾਂ ਇਹਦਾ 20% ਕੀ ਘਰੇਲੂ ਵਾਸਤੇ ਯੂਜ਼ ਕਰ ਲਿਆ ਬੱਚੋ ਇਹਦਾ 20% ਆਪਾਂ ਕਾਹਦੇ ਵਾਸਤੇ ਯੂਜ਼ ਕਰ ਲਿਆ ਘਰੇਲੂ ਕੰਮਾਂ ਵਾਸਤੇ ਯੂਜ਼ ਕਰ ਲਿਆ। ਬੱਚੋ ਨੂੰ ਕੈਨਸਲ ਕਰਾਂਗੇ ਤਾਂ ਆਪਣੇ ਕੋਲੇ ਕਿੰਨਾ ਆ ਗਿਆ 7 ਆ ਗਿਆ ਇਧਰ ਕਿੰਨਾ ਆ ਗਿਆ 2 ਆ ਗਿਆ ਆਪਣੇ ਕੋਲ ਕਿੰਨਾ ਆ ਗਿਆ ਬੱਚੋ 17 ਕੀ ਹੋ ਗਿਆ ਬੱਚੋ ਆਪਣੇ ਕੋਲ ਘਰੇਲੂ ਕੰਮਾਂ ਵਾਸਤੇ ਵਰਤਿਆ ਗਿਆ 85 ਦਾ ਜਿਹੜਾ 20% ਉਹ ਬੱਚੋ ਕਿੰਨਾ ਆ ਗਿਆ 17 ਆਪਣੇ ਕੋਲ ਹੁਣ ਬਚ ਕਿੰਨਾ ਗਿਆ ਜਿਹੜਾ ਆਖਰ ਦੇ ਵਿੱਚੋਂ ਕਿੰਨਾ ਬਚਿਆ 68 ਬੱਚੋ ਕਿੰਨਾ ਬਚਿਆ ਆਖਰ ਤੇ ਆਪਣੇ ਕੋਲ ਕਿੰਨਾ ਬਚ ਗਿਆ ਆਪਾਂ ਕੀ ਕਰਾਂਗੇ ਬੱਚੋ 85 ਦੇ ਵਿੱਚੋਂ 17 ਨੂੰ ਮਾਈਨਸ ਕਰਾਂਗੇ ਤਾਂ ਕਿੰਨਾ ਬਚ ਗਿਆ ਬੱਚੋ ਆਪਣੇ ਕੋਲੇ 17 ਕੀਤਾ ਤਾਂ ਕਿੰਨਾ ਆ ਗਿਆ 8 7 ਕੀਤਾ ਤਾਂ ਕਿੰਨਾ ਆ ਗਿਆ 6 ਕਿੰਨਾ ਬਚ ਗਿਆ ਬੱਚੋ 68% ਜਿਹੜਾ ਬੱਚੋ 68% ਆਪਾਂ ਐਕਸਪੋਰਟ ਕਰਦੇ ਆ ਉਹ ਕਿਹਦੇ ਬਰਾਬਰ ਆ ਬੱਚੋ 88
40 ਦੇ ਬਰਾਬਰ ਹੈ। 1% ਬੱਚੋ ਕਿਹਦੇ ਬਰਾਬਰ ਹੋਊਗਾ 88 40 ਬਟਾ 68। ਠੀਕ ਹੈ ਜੀ। ਅੱਗੇ ਬੱਚੋ ਉਹਨਾਂ ਨੇ ਕੀ ਪੁੱਛਿਆਗਾ then number of salt produced by factory मतलब टोटल ਜਿਹੜੇ ਨੰਬਰ ਆਫ ਸੈਲਟ ਸੀ ਜਿਹੜੀ ਫੈਕਟਰੀ ਪ੍ਰੋਡਿਊਸ ਕਰਦੀ ਸੀ ਬੱਚੋ ਕਿੰਨੀਆਂ ਸੀ। ਜਿਹੜੀਆਂ ਬੱਚੋ ਟੋਟਲ ਨੰਬਰ ਆਫ ਸੈਲਟ ਜਿਹੜੀ ਫੈਕਟਰੀ ਪ੍ਰੋਡਿਊਸ ਕਰੂਗੀ ਉਹ ਕਿੰਨੀਆਂ ਹੋਣਗੀਆਂ ਬੱਚੋ ਆਪਣੇ ਕੋਲੇ 100% ਤਾਂ ਮਲਟੀਪਲਾਈ ਕਿਹਦੇ ਨਾਲ ਕਰਾਂਗੇ ਬੱਚੋ ਆਪਾਂ 100 ਦੇ ਨਾਲ। ਠੀਕ ਹੈ ਜੀ। ਹੁਣ ਦੇਖੋ ਬੱਚੋ ਆਪਾਂ ਕੈਨਸਲ ਕਰਦੇ ਆਂ। ਪਹਿਲਾਂ 4 ਤੇ ਕੈਨਸਲ ਕੀਤਾ ਕਿੰਨਾ ਹੋਊਗਾ ਬੱਚੋ ਆਪਣੇ ਕੋਲ 1 ਚੌਕਾ ਚੌਕਾ 7 ਚੌਕਾ 28। ਅੱਗੇ ਬੱਚੋ 4 ਤੇ ਕੈਨਸਲ ਕੀਤਾ ਬੱਚੋ ਕਿੰਨਾ ਆ ਗਿਆ 2 2 1 0। ਫਿਰ 17 1 17 17 1 17 ਬੱਚੋ ਕਿੰਨਾ ਬਚ ਗਿਆ 5 17 ਤੇ 51 ਹੁੰਦਾ ਨਾਲ ਲੱਗੀ 0। ਠੀਕ ਹੈ ਬੱਚੋ ਕਿੰਨਾ ਬਚ ਗਿਆ 130 ਇਨਟੂ ਕਿੰਨਾ ਬੱਚੋ 100 130 ਇਨਟੂ 100 ਕਿੰਨਾ ਬਚ ਗਿਆ ਬੱਚੋ ਆਪਣੇ ਕੋਲੇ ਕਿੰਨੀਆਂ ਟੋਟਲ ਪ੍ਰੋਡਿਊਸ ਹੁੰਦੇ ਸੀ 13000। ਤਾਂ ਬੱਚੋ ਆਪਣਾ ਆਨਸਰ ਕਿੰਨਾ ਹੋਊਗਾ ਜਿਹੜੀਆਂ ਟੋਟਲ ਪ੍ਰੋਡਿਊਸ ਹੁੰਦੀਆਂ ਸੀ ਕਿੰਨੀ ਹੁੰਦੀ ਸੀ ਬੱਚੋ 13000 ਆਪਣੇ ਕੋਲ ਕੀ ਹੋਊਗਾ ਡੀ ਵਾਲਾ ਬੱਚੋ ਆਨਸਰ ਹੋਊਗਾ। ਠੀਕ ਹੈ ਜੀ। ਆਪਣਾ 13000 ਬੱਚੋ ਕੀ ਆਊਗਾ ਆਨਸਰ ਆਊਗਾ। ਇਹਨੂੰ ਆਪਾਂ ਇਸ ਤਰ੍ਹਾਂ ਕੰਪਲੀਟ ਕਰਾਂਗੇ। ਉਸ ਤੋਂ ਬਾਅਦ ਬੱਚੋ ਅਗਲਾ ਦੇਖਦੇ ਹਾਂ। ਹਾਂਜੀ ਬੱਚੋ ਆ ਦੇਖੋ ਇਸ ਤਰ੍ਹਾਂ ਦੇ ਸਮ ਪੀਪੀਐਸਸੀ ਦੇ ਵਿੱਚ ਪੁੱਛੇ ਜਾਂਦੇ ਆ। ਇਹਦੇ ਵਿੱਚ ਕੀ ਕਹਿ ਰਿਹਾ ਬੱਚੋ ਇਹਨੇ ਇੱਕ ਐਗਜ਼ਾਮ ਹੋਇਆਗਾ ਉਹਦੇ ਵਿੱਚ 60% ਬੱਚੋ 60% ਕਿੰਨੇ ਬੱਚੋ 60% ਜਿਹੜੇ 60% ਬੱਚੋ ਪਾਸ ਨੇ ਕੈਂਡੀਡੇਟ ਕਿਹਦੇ ਵਿੱਚੋਂ ਨੇ ਇੰਗਲਿਸ਼ ਦੇ ਵਿੱਚੋਂ। ਬੱਚੋ ਇੰਗਲਿਸ਼ ਦੇ ਵਿੱਚੋਂ ਕਿੰਨੇ ਸਟੂਡੈਂਟ ਪਾਸ ਨੇ 60% ਬੱਚੋ ਇੰਗਲਿਸ਼ ਦੇ ਵਿੱਚੋਂ ਪਾਸ ਨੇ ਐਂਡ 70% ਕੈਂਡੀਡੇਟ ਬੱਚੋ ਜਿਹੜੇ 70% ਕੈਂਡੀਡੇਟ ਨੇ ਉਹ ਕਿਹਦੇ ਵਿੱਚੋਂ ਪਾਸ ਨੇ ਬੱਚੋ ਹਿੰਦੀ ਦੇ ਵਿੱਚੋਂ। 70% ਬੱਚੋ ਕਿਹਦੇ ਪਾਸ ਨੇ ਹਿੰਦੀ ਦੇ ਵਿੱਚੋਂ। ਉਸ ਤੋਂ ਬਾਅਦ ਇਫ 40% ਬੱਚੋ ਕਿੰਨਾ 40% ਕੈਂਡੀਡੇਟ ਪਾਸ ਨੇ ਬਹੁਤ ਸਬਜੈਕਟ ਜਿਹੜੇ ਬਾਕੀ ਸਬਜੈਕਟ ਰਹਿ ਗਏ ਜਿਵੇਂ ਹੀ ਬਹੁਤ ਸਬਜੈਕਟ ਦੇ ਵਿੱਚੋਂ ਕਿੰਨੇ ਪਾਸ ਨੇ ਬੱਚੋ 40%। ਦੈਨ what percent of candidate fail in the both subject ਆਪਾਂ ਦੱਸਣਾ ਬੱਚੋ ਜਿਹੜੇ ਬਹੁਤ ਸਬਜੈਕਟ ਦੇ ਵਿੱਚੋਂ ਫੇਲ ਹੋਏ ਨੇ ਉਹ ਕਿੰਨੇ ਕੈਂਡੀਡੇਟ ਨੇ। ਹੁਣ ਦੇਖੋ ਬੱਚੋ ਆਪਾਂ ਕਿਸ ਤਰ੍ਹਾਂ ਅਟੈਂਪਟ ਕਰਾਂਗੇ। ਆਪਾਂ ਗੱਲ ਕਰ ਰਹੇ ਹਾਂ ਆਪਣੇ ਕੋਲ ਇੱਕ ਇੰਗਲਿਸ਼ ਵਾਲੇ ਬੱਚੇ ਨੇ। ਠੀਕ ਹੈ ਜੀ। ਇੱਕ ਬੱਚੇ ਆਪਣੇ ਕੋਲ ਇੰਗਲਿਸ਼ ਵਾਲੇ ਬੱਚੇ ਨੇ ਇੱਥੇ ਆਪਾਂ ਲਿਖ ਰਹੇ ਹਾਂ ਇੰਗਲਿਸ਼ ਵਾਲੇ। ਠੀਕ ਹੈ। ਇੱਥੇ ਬੱਚੋ ਆਪਾਂ ਕੀ ਲਿਖ ਰਹੇ ਹਾਂ ਹਿੰਦੀ ਵਾਲੇ। ਇੱਕ ਆਪਣੇ ਕੋਲ ਬੱਚੋ ਹਿੰਦੀ ਵਾਲੇ ਬੱਚੇ ਨੇ ਇੱਕ ਆਪਣੇ ਕੋਲ ਇੰਗਲਿਸ਼ ਵਾਲੇ। ਪਹਿਲਾਂ ਦੇਖੋ ਜਿਹੜੀ ਡਾਇਗਰਾਮ ਆ ਉਹ ਆਪਾਂ ਕਿਹੜੀ ਬਣਾ ਰਹੇ ਹਾਂ ਬੱਚੋ ਪਾਸ ਵਾਲੀ। ਇਹ ਜਿਹੜੀ ਬੱਚੋ ਡਾਇਗਰਾਮ ਉਹ ਕਾਦੀ ਬਣਦੀ ਹੈ ਪਾਸ ਵਾਲੀ ਕਿਉਂਕਿ ਇਹਦੇ ਜਿਹੜੇ ਪਾਸਡ ਕੈਂਡੀਡੇਟ ਨੇ ਆਪਾਂ ਉਹਨਾਂ ਦੀ ਹੀ ਗੱਲ ਕਰਨੀ ਆ। ਹੁਣ ਦੇਖੋ ਬੱਚੇ ਜਿਹੜੇ ਬਹੁਤ ਚੋਂ ਦੋਵਾਂ ਦੇ ਵਿੱਚੋਂ ਪਾਸ ਹੋਏ ਨੇ ਦੋਵਾਂ ਦੇ ਵਿੱਚੋਂ ਬੱਚੋ ਕਿੰਨੇ ਪਾਸ ਹੋਏ ਨੇ 40%। ਜਿਹੜੇ ਬੱਚੇ ਦੋਵਾਂ ਦੇ ਵਿੱਚੋਂ ਪਾਸ ਹੋਏ ਨੇ ਉਹ ਕਿੰਨੇ ਨੇ 40%। ਤਾਂ ਆਪਾਂ ਇੱਥੇ ਲਿਖਾਂਗੇ ਬੱਚੇ ਜਿਹੜੇ ਦੋਵਾਂ ਚੋਂ ਪਾਸ ਹੋਏ ਨੇ ਉਹ ਕਿੰਨੇ ਨੇ 40%। ਜੇ 40% ਬੱਚੇ ਦੋਵਾਂ ਦੇ ਵਿੱਚੋਂ ਪਾਸ ਹੋਏ ਨੇ ਤਾਂ ਕੱਲੀ ਇੰਗਲਿਸ਼ ਦੇ ਵਿੱਚੋਂ ਕਿੰਨੇ ਪਾਸ ਹੋਣਗੇ ਟੋਟਲ 60 ਆ ਤਾਂ ਸਿਰਫ 20% ਕੱਲੇ ਇੰਗਲਿਸ਼ ਦੇ ਵਿੱਚੋਂ। ਠੀਕ ਹੈ। ਉਸ ਤੋਂ ਬਾਅਦ ਹਿੰਦੀ ਦੇ ਵਿੱਚੋਂ ਬੱਚੋ ਕਿੰਨੇ ਹੋਏ 70% ਪਾਸ ਹੋਏ ਨੇ 40% ਦੋਵਾਂ ਦੇ ਵਿੱਚੋਂ ਉਹ ਹਿੰਦੀ ਦੇ ਵਿੱਚੋਂ ਆਪਣੇ ਆਪ ਪਾਸ ਹੋਏ ਹੋਣਗੇ ਤਾਂ ਕੱਲੇ ਹਿੰਦੀ ਦੇ ਵਿੱਚੋਂ ਬੱਚੋ ਕੱਲੇ ਹਿੰਦੀ ਦੇ ਵਿੱਚੋਂ ਕਿੰਨੇ ਹੋਣਗੇ ਬੱਚੋ 30% ਪਾਸ। ਕੱਲੇ ਹਿੰਦੀ ਦੇ ਵਿੱਚੋਂ ਕਿੰਨੇ ਹੋਣਗੇ ਬੱਚੋ 30% ਮੀਨਸ 30% ਪਾਸ ਹੋਣੇ ਕੱਲੇ ਹਿੰਦੀ ਦੇ ਵਿੱਚੋਂ। ਇਹਨਾਂ ਨੂੰ ਬੱਚੋ ਟੋਟਲ ਸਾਰਿਆਂ ਨੂੰ ਐਡ ਕਰ ਲੈਂਦੇ ਆ ਆਪਾਂ ਕਿੰਨਾ ਹੋ ਗਿਆ 60 ਤੇ ਕਿੰਨਾ ਆ ਗਿਆ 90। ਬੱਚੋ 90% ਵਿਦਿਆਰਥੀ ਉਹ ਨੇ ਜਿਹੜੇ ਪਾਸ ਹੋਏ। 90% ਬੱਚੋ ਕੈਂਡੀਡੇਟ ਉਹ ਨੇ ਜਿਹੜੇ ਪਾਸ ਹੋਏ ਕਿਸੇ ਨਾ ਕਿਸੇ ਸਬਜੈਕਟ ਚੋਂ ਚਾਹੇ ਉਹ ਬੱਚੋ ਦੋਵੇਂ ਸਬਜੈਕਟਾਂ 'ਚ ਪਾਸ ਹੋਏ ਹੋਣ ਚਾਹੇ ਇਕੱਲੇ ਇੰਗਲਿਸ਼ ਦੇ ਵਿੱਚੋਂ ਚਾਹੇ ਇਕੱਲੇ ਹਿੰਦੀ ਦੇ ਵਿੱਚੋਂ। ਤਾਂ ਬੱਚੋ ਅਗਰ 100% ਟੋਟਲ ਬੱਚੇ ਬਹਿੰਦੇ ਨੇ ਉਹਦੇ ਵਿੱਚੋਂ 90% ਬੱਚੇ ਪਾਸ ਨੇ ਤਾਂ ਸਿਰਫ 10% ਬੱਚੇ ਉਹ ਰਹਿ ਗਏ ਜਿਹੜੇ ਫੇਲ ਨੇ। ਜਿਹੜੇ ਬੱਚੇ 10% ਬੱਚੇ ਉਹ ਰਹਿ ਗਏ ਜਿਹੜੇ ਫੇਲ ਨੇ ਆਪਣੇ ਕੋਲ ਬੱਚੋ A ਵਾਲਾ ਆਨਸਰ ਆਊਗਾ। ਠੀਕ ਹੈ ਜੀ। ਆਨਸਰ ਕਿਹੜਾ ਹੋਊਗਾ ਬੱਚੋ ਆਪਣੇ ਕੋਲੇ A ਵਾਲਾ। ਇਹਨੂੰ ਆਪਾਂ ਇਸ ਤਰ੍ਹਾਂ ਅਟੈਂਪਟ ਕਰਾਂਗੇ। ਹਾਂਜੀ ਬੱਚੋ ਸਮਝ ਆ ਰਿਹਾ ਆਪਣਾ A ਵਾਲਾ ਕੀ ਹੋਊਗਾ ਆਨਸਰ ਹੋਊਗਾ। ਉਸ ਤੋਂ ਬਾਅਦ ਬੱਚੋ ਆਪਾਂ ਅਗਲਾ ਦੇਖਦੇ ਹਾਂ। ਹਾਂਜੀ ਬੱਚੋ ਅਗਲਾ ਦੇਖੋ ਇਹਦੇ ਵਿੱਚ ਬੱਚੋ ਕੀ ਗੱਲ ਕਰ ਰਹੇ ਨੇ ਆਪਣੇ ਕੋਲੇ ਕਿ ਇੱਕ ਕੈਂਡੀਡੇਟ ਨੇ 30% ਬੱਚੋ ਇੱਕ ਕੈਂਡੀਡੇਟ ਨੇ ਕਿੰਨੇ 30% ਨੰਬਰ ਅਟੇਨ ਕੀਤੇ ਨੇ। ਠੀਕ ਹੈ। ਫੇਲ ਹੋ ਗਿਆ ਬੱਚੋ 6 ਨੰਬਰਾਂ ਦੇ ਨਾਲ 6 ਨੰਬਰਾਂ ਦੇ ਨਾਲ ਉਹ ਫੇਲ ਹੋ ਗਿਆ। ਅਦਰ ਕੈਂਡੀਡੇਟ ਬੱਚੋ ਇੱਕ ਦੂਸਰਾ ਕੈਂਡੀਡੇਟ ਆ ਉਹਨੇ ਕੀ ਕੀਤੇ ਹੋਏ ਨੇ ਬੱਚੋ ਅਦਰ ਕੈਂਡੀਡੇਟ ਸਕੋਰ ਕਿੰਨੇ ਬੱਚੋ 40% ਉਹਨੇ 40% ਅਟੈਂਡ ਕੀਤੇ ਆ। ਠੀਕ ਆ ਬੱਚੋ ਉਹ 6 ਨੰਬਰ ਮੋਰ ਲੈ ਗਿਆ 6 ਨੰਬਰ ਮੋਰ ਲੈ ਗਿਆ ਕਿਹਦੇ ਨਾਲੋਂ ਬੱਚੋ ਦੈਨ ਪਾਸ ਜਿੰਨੇ ਨੂੰ ਪਾਸ ਵਾਸਤੇ ਨੰਬਰ ਚਾਹੀਦੇ ਸੀ ਉਹਦੇ ਨੂੰ 6% 6 ਨੰਬਰ ਬੱਚੋ ਜ਼ਿਆਦਾ ਲੈ ਗਿਆ। ਅੱਗੇ ਆਪਾਂ ਨੂੰ ਪੁੱਛਦੇ ਨੇ ਦੈਨ ਪਾਸਿੰਗ ਮਾਰਕ ਆਫ ਪਾਸਿੰਗ ਅਟੈਂਡ ਜਿਹੜੇ ਬੱਚੋ ਜਿੰਨੇ ਨੰਬਰਾਂ ਦੇ ਕੋਈ ਵੀ ਸਟੂਡੈਂਟ ਜਿਹੜਾ ਕੈਂਡੀਡੇਟ ਪਾਸ ਹੁੰਦਾ ਉਹ ਕਿੰਨੇ ਨੰਬਰ ਨੇ। ਠੀਕ ਹੈ ਜੀ। ਹੁਣ ਦੇਖੋ ਆਪਾਂ ਗੱਲ ਕਰੀਏ ਇੱਕ ਕੈਂਡੀਡੇਟ ਬੱਚੋ ਆਪਣੇ ਕੋਲ ਉਹ ਵਾਲਾਗਾ ਜਿਹਨੇ 30% ਨੰਬਰ ਲੈਤੇ ਬੱਚੋ ਕਿੰਨੇ ਲੈਤੇ 30%। ਇੱਕ ਕੈਂਡੀਡੇਟ ਦਾ ਬੱਚੋ ਆਪਣੇ ਕੋਲ ਉਹ ਵਾਲਾਗਾ ਜਿਹਨੇ 30% ਨੰਬਰ ਲੈਤੇ ਆ। ਠੀਕ ਹੈ ਜੀ 30% ਲੈਤੇ ਆ ਕਿ ਬੱਚੋ ਨੂੰ 6 ਨੰਬਰ ਘੱਟ ਹੋਏ ਪਾਸ ਆਏ ਤੋਂ
पास होने तो 6 नंबर घट ने। दूसरा कैंडिडेट बच्चे हुआ जिन्हें 40% नंबर लेते आ ते पास नालों बच्चे नूं 6 नंबर ज्यादा मिल गए। ठीक है। एक कैंडिडेट बच्चे हुआ जिन्हों 6 नंबर घट मिल गए पास नालों ते 30% नंबर सी। दूसरा कैंडिडेट बच्चे हुआ कि जिन्हों 40% 40% नंबर मिले ने ते 6 नंबर वो ज्यादा ले गया बच्चे पास नालों। तो देखो इन्हां च किन्ने दा डिफरेंस है बच्चों 10% का। किन्ने परसेंट का बच्चों 10% का। इधर बच्चों किन्ने दा डिफरेंस इधर 12 नंबर का। ठीक है जी। किन्ने नंबर का बच्चों 12 नंबर का। ਹੁਣ ਆਪਾਂ ਕਹਿ ਸਕਦੇ ਹਾਂ ਬੱਚੋ ਜਿਹੜੇ 10% ਆ ਉਹ ਕਿਹਦੇ ਬਰਾਬਰ ਨੇ ਆਪਣੇ 12 ਦੇ ਬਰਾਬਰ। ਇੱਕ ਕਿਹਦੇ ਬਰਾਬਰ ਹੋਊਗਾ ਬੱਚੋ 12/10। ਟੋਟਲ ਬੱਚੋ ਕਿੰਨੇ ਹੁੰਦੇ ਆ 100%। 0 ਦੇ ਨਾਲ 0 ਕੈਨਸਲ ਕਰਾਂਗੇ ਬੱਚੋ ਟੋਟਲ ਕਿੰਨੇ ਨੰਬਰ ਆ ਗਏ 120। ਟੋਟਲ ਨੰਬਰ ਕਿੰਨੇ ਬੱਚੋ 120। ਟੋਟਲ ਨੰਬਰ ਕਿੰਨੇ ਬੱਚੋ 120। ਜਿਹੜਾ ਕੈਂਡੀਡੇਟ 30% ਲੈਂਦਾ ਬੱਚੋ 120 ਦਾ 30% ਕਿੰਨਾ ਹੋਊ ਬੱਚੋ ਆਪਾਂ ਦੇਖਣਾ 30% 0 ਦੇ ਨਾਲ 0 ਕੈਨਸਲ ਕਰ ਦਿੰਦੇ ਆ ਕਿੰਨਾ ਆ ਗਿਆ ਬੱਚੋ 36। ठीक है। ਜਿਹੜਾ ਕੈਂਡੀਡੇਟ 30% ਲੈਂਦਾ ਬੱਚੇ ਨੂੰ ਕਿੰਨੇ ਮਿਲਦੇ ਆ 36 ਨੰਬਰ। ਜੇ ਬੱਚੇ ਨੂੰ 6 ਨੰਬਰ ਹੋਰ ਮਿਲ ਜਾਣਾ 6 ਨੰਬਰ ਮਤਲਬ ਕਿੰਨੇ ਮਿਲ ਗਏ ਬੱਚੇ ਨੂੰ 42 ਨੰਬਰ। ਤਾਂ ਜੇ ਬੱਚੇ ਨੂੰ 42 ਨੰਬਰ ਮਿਲ ਜਾਣ ਤਾਂ ਉਹ ਪਾਸ ਹੋ ਜਾਊਗਾ। ਤਾਂ ਬੱਚੇ ਜਿਹੜਾ ਪਾਸ ਅੰਕ ਲਊਗਾ ਉਹ ਕਿੰਨੇ ਲਊਗਾ 42 ਵਾਲਾ। ਤਾਂ ਬੱਚੇ ਆਪਣਾ A ਵਾਲਾ ਇਹਦੇ ਵਿੱਚ ਆਨਸਰ ਹੋਊਗਾ 42 ਬੱਚੇ ਆਪਣਾ ਆਨਸਰ ਹੋਊਗਾ। ਠੀਕ ਹੈ ਬੱਚੇ ਸਮਝ ਆ ਰਿਹਾ 42 ਆਪਣਾ ਕੀ ਹੋਊਗਾ ਇਹਦੇ ਵਿੱਚ ਆਨਸਰ ਹੋਊਗਾ। ਇਹਨੂੰ ਆਪਾਂ ਇਸ ਤਰ੍ਹਾਂ ਅਟੈਂਪਟ ਕਰ ਸਕਦੇ ਹਾਂ। ਉਸ ਤੋਂ ਬਾਅਦ ਬੱਚੇ ਅਗਲਾ ਸਮ ਹਾਂਜੀ ਬੱਚੇ ਆ ਦੇਖੋ इस तरह के सवाल अपने को भी पूछे जाते हैं बच्चों पीपीएससी के लेवल का सवाल है कि इन द इनकमिंग ऑफ देखो बच्चों इनकम है किदी राजू दी इनकम कितनी है बच्चों 25% मोर देन द मंजू। मंजू नालों बच्चों जेड़ा राजू आ वो 25% ज्यादा इनकम है। ਆਪਾਂ ਕਿਵੇਂ ਲਿਖ ਸਕਦੇ ਹਾਂ ਬੱਚੋਂ ਇੱਕ ਸਾਈਡ ਆਪਾਂ ਰਾਜੂ ਦੀ ਗੱਲ ਕਰ ਸਕਦੇ ਹਾਂ ਰਾਜੂ। ਦੂਜੀ ਸਾਈਡ ਬੱਚੋਂ ਆਪਾਂ ਕਿਹਦੀ ਗੱਲ ਕਰ ਸਕਦੇ ਹਾਂ ਮੰਜੂ ਦੀ। ਦੂਜੀ ਸਾਈਡ ਬੱਚੋਂ ਕਿਹਦੀ ਗੱਲ ਕਰ ਸਕਦੇ ਹਾਂ ਆਪਾਂ ਮੰਜੂ ਦੀ। ਇੱਕ ਸਾਈਡ ਬੱਚੋਂ ਆਪਾਂ ਰਾਜੂ ਦੀ ਗੱਲ ਕਰ ਸਕਦੇ ਹਾਂ दूसरी साइड ਆਪਾਂ ਕਿਹਦੀ ਗੱਲ ਕਰਾਂਗੇ ਮੰਜੂ ਦੀ। ਠੀਕ ਆ ਬੱਚੇ ਹੁਣ ਜਿਹੜਾ ਰਾਜੂ ਆਪਣੇ ਕੋਲੇ ਆਪਾਂ ਰਾਜੂ ਬਾਰੇ ਕੀ ਕਿਹਾ ਹੋਇਆਗਾ ਪਹਿਲਾਂ ਬੱਚੇ ਆਪਾਂ ਗੱਲ ਕੀਤੀ ਹੋਈ ਆ ਰਾਜੂ ਦੀ। ਰਾਜੂ ਬਾਰੇ ਬੱਚੇ ਆਪਾਂ ਕੀ ਕਿਹਾ ਹੋਇਆਗਾ ਕਿ ਜਿਹੜਾ ਰਾਜੂ ਆ ਉਹ ਕਿੰਨਾਗਾ 25% ਮੋਰ ਮਤਲਬ ਰਾਜੂ 125 ਨੰਬਰ ਲੈਂਦਾਗਾ ਤਾਂ ਮੰਜੂ ਕਿੰਨੇ ਲੈਂਦੀ ਹੋ ਬੱਚੋ 100 ਨੰਬਰ। ਠੀਕ ਹੈ ਜੀ। ਜੇ ਮੰਜੂ 100 ਨੰਬਰ ਲੈਂਦੀ ਆ ਤਾਂ ਰਾਜੂ ਕਿੰਨਾ ਲੈਂਦਾ ਹੋ ਬੱਚੋ 125 ਨੰਬਰ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਗੱਲ ਕੀ ਕੀਤੀ ਆ कि ਜਿਹੜੇ ਰਾਜੂ ਉਹਦੇ 25% ਵਧ ਗਏ ਬੱਚੋ 25%। ਠੀਕ ਹੈ ਕਿੰਨੇ ਵਧ ਗਏ 25% ਇਨ ਦਾ ਇਨਕਮ ਉਹਦੀ ਇਨਕਮ ਚੋਂ 25% ਵਧ ਗਏ। ਐਂਡ ਜਿਹੜੀ ਮੰਜੂ ਆ ਬੱਚੇ ਉਹਦੇ 40% ਵਧ ਗਏ। ਠੀਕ ਹੈ ਜੀ। ਜੇ ਉਹਦੇ 40% ਵਧ ਗਏ ਬੱਚੋ ਕਿੰਨੇ ਨੰਬਰ ਵਧ ਗਏ 40। ਇਹਦਾ ਕਿੰਨੇ ਵਧ ਗਏ 40। ਇਹਦਾ ਬੱਚੋ 25% ਕਿੰਨਾ ਹੋਊਗਾ ਇਹਨੂੰ 4 ਦੇ ਨਾਲ ਡਿਵਾਈਡ ਕਰ ਦਿੰਦੇ ਆ 25%। ਇੱਕ ਚੌਗਾ ਚੌਗਾ ਬੱਚੋ 3 ਚੌਕੇ 12 ਇੱਕ ਚੌਗਾ ਚੌਗਾ ਆ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆਪਾਂ ਕੈਂਸਲ ਕਰਦੇ ਆਪਣੇ ਕੋਲ ਕਿੰਨਾ ਬਚ ਗਿਆ 1 ਤਾਂ ਕਿੰਨਾ ਬਚ ਗਿਆ 10 2 ਤੇ ਕਿੰਨਾ ਆ ਗਿਆ 5 ਕਿੰਨਾ ਆ ਗਿਆ ਬੱਚੋ 31.25। ਠੀਕ ਹੈ ਜੀ। ਜਿਹੜੇ ਰਾਜੂ ਦੇ ਬੱਚੋ ਉਹਦੇ ਕਿੰਨੇ ਵਾਧੇ ਨੇ ਜਿਹੜੇ ਰਾਜੂ ਦੀ ਇਨਕਮ ਬੱਚੋ ਕਿੰਨੀ ਵਧੀ 31.5 ਤੇ ਜਿਹੜੀ ਆਪਣੇ ਕੋਲ ਮੰਜੂ ਆ ਬੱਚੋ ਨੇ ਕੀ ਵਧੀ 40। ਜੇ ਟੋਟਲ ਦੋਵਾਂ ਦੀ ਦੇਖਾਂ ਬੱਚੋ ਕਿੰਨਾ ਆ ਗਿਆ 40 ਪਲੱਸ 31 ਪੁਆਇੰਟ ਕਿੰਨਾ ਬੱਚੋ 25 31.25 ਤਾਂ ਆਪਣੇ ਕੋਲ ਕਿੰਨਾ ਆ ਗਿਆ 25 1 ਕਿੰਨਾ ਆ ਗਿਆ 7 ਤਾਂ ਕਿੰਨਾ ਆ ਗਿਆ 71.25 ਬੱਚੋ ਕਿੰਨਾ ਆ 71.25। ਤਾਂ ਆਪਾਂ ਦੇਖੋ ਕੀ ਕਹਿੰਦੇ ਆ ਕਿ ਜਿਹੜੇ ਅੱਗੇ ਗਿਆਗਾ 40% ਵਧ ਗਏ ਦਾ ਪਰਸੈਂਟੇਜ ਆਫ ਇਨਕਮ ਆਫ देयर ਕੰਬਾਈਨ ਜਿਨ੍ਹਾਂ ਦੀ ਇਕੱਠਿਆਂ ਦੀ ਜਿਹੜੀ ਇਨਕਮ ਬੱਚੋ ਕਿੰਨੀ ਵਧੀਆ ਉਹਨਾਂ ਦੀ ਇਕੱਠਿਆਂ ਦੀ ਇਨਕਮ ਬੱਚੋ ਕਿੰਨੀ ਵਧੀਆ ਇਕੱਠਿਆਂ ਦੀ ਦੇਖੋ ਕਿੰਨੀ ਵਧੀਆ ਬੱਚੋ 71.25 ਵਧੀਆ ਇਕੱਠੀ। ਠੀਕ ਹੈ ਇਕੱਠਿਆਂ ਦੀ ਬੱਚੋ ਇਨਕਮ ਕਿੰਨੀ ਵਧੀਆ 71.25 ਕਿਹਦੇ ਵਿੱਚੋਂ ਦੋਵਾਂ ਦੀ ਬੱਚੋ ਦੋਵਾਂ ਦੀ ਕਿੰਨੀ ਹੋ ਗਈ 125 ਤੇ 100 ਕਿੰਨਾ ਹੋ ਗਿਆ 225 ਬੱਚੋ ਕਿੰਨਾ ਹੋ ਗਿਆ 225। ਠੀਕ ਹੈ परसेंट वास्ते इनटू की करांगे ਆਪਾਂ 100% वास्ते इनटू की करांगे बच्चों ਆਪਾਂ 100। ठीक है जी ਇਹਨੂੰ ਆਪਾਂ ਹੁਣ ਸੋਲਵ ਕਰਦੇ ਹਾਂ ਕਿੰਨਾ ਕਰਾਂਗੇ ਬੱਚੋ 100 ਕੈਨਸਲ ਕਰਾਂਗੇ ਦੇਖੋ ਆਪਾਂ 25 ਦੇ ਕੈਨਸਲ ਕਰਾਂਗੇ 25 ਚੌਕਾ ਆ ਗਿਆ। ਠੀਕ ਹੈ ਬੱਚੋ ਇਹਨੂੰ 25 ਤੇ ਕੈਨਸਲ ਕਰ ਲੈਂਦੇ ਆਪਾਂ 25 ਤੇ ਜਦੋਂ ਬੱਚੇ ਨੂੰ ਆਪਾਂ ਕੈਨਸਲ ਕਰਾਂਗੇ ਤਾਂ ਆਪਾਂ ਨੂੰ ਕਿੰਨਾ ਆ ਗਿਆ 8 9 ਕਿੰਨਾ ਆ ਗਿਆ ਬੱਚੋ 9। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਦੇਖੋ ਤਾਂ ਪੁਆਇੰਟ ਖਤਮ ਕਰਦੇ ਹਾਂ ਤਾਂ ਪੁਆਇੰਟ ਖਤਮ ਕਰਾਂਗੇ ਬੱਚੋ ਆਪਣੇ ਕੋਲ ਕਿੰਨਾ ਆ ਜਾਊਗਾ ਕਿੰਨਾ ਲੱਗ ਜੂ ਬੱਚੋ नीचे 100 ਤਾਂ ਆਪਣੇ ਕੋਲ 71.25 बटा 900। ठीक है इनटू बच्चों कितना आ गया अपने कोले 4 इनटू बच्चों कितना आ गया अपने कोले 4। हम देखो ਆਪਾਂ कैंसिल करते हैं 5 ਤੇ कैंसिल भी 25 ਤੇ भी कैंसिल कर सकते बच्चों। ਜੇ ਆਪਾਂ ਨੂੰ ਦੇਖੋ 5 ਤੇ ਕਰ ਲੈਣੇ ਪਹਿਲਾਂ 5 ਤੇ कैंसिल ਕੀਤਾ ਤਾਂ 1 ਆ ਗਿਆ ਕਿੰਨਾ ਬਚ ਗਿਆ 4 8 ਆ ਗਿਆ ਕਿੰਨਾ ਆ ਗਿਆ 0। ਇਹਨੂੰ ਵਿੱਚੋਂ 5 ਤੇ कैंसिल ਕਰ ਲੈਣੇ ਆ 5 ਤੇ ਕੀਤਾ ਬੱਚੋ 1 ਕਿੰਨਾ ਆ ਗਿਆ 2 ਤਾਂ ਕਿੰਨਾ ਆ ਗਿਆ 4 ਇਧਰ ਕਿੰਨਾ ਬਚ ਗਿਆ ਬੱਚੋ 2 ਇਧਰ ਕਿੰਨਾ ਬਚ ਗਿਆ ਬੱਚੋ 5।
ठीक है जी। उस तो बाद फिर आप 5 ਤੇ ਕੈਂਸਲ ਕੀਤਾ ਬੱਚੋ, 5 ਤੇ ਅਗਰ ਆਪਾਂ ਨੂੰ ਕੈਂਸਲ ਕਰਦੇ ਆਪਣੇ ਕੋਲ ਕਿੰਨਾ ਬਚ ਗਿਆ 3 ਆ ਗਿਆ, 3 ਬਚ ਗਿਆ ਬੱਚੋ ਕਿੰਨਾ ਆ ਗਿਆ 6। ਉਸ ਤੋਂ ਬਾਅਦ ਇਹਨੂੰ 5 ਤੇ ਕੈਂਸਲ ਕਰਦੇ ਆ ਬੱਚੋ, 5 ਤੇ ਅਗਰ ਆਪਾਂ ਨੂੰ ਕੈਂਸਲ ਕਰਾਂਗੇ 2 ਆ ਗਏ ਆਪਣੇ ਕੋਲ, 4 ਬਚ ਗਿਆ, 8 5 40 ਕਿੰਨਾ ਆ ਗਿਆ 5 5 25 ਆ ਗਿਆ। ठीक है जी। उस तो बाद बच्चों 4 से कैंसिल किया कितना आ गया 9, अपने को कितना आ गया 285/9। कैंसिल करते हैं बच्चों किन्ने ते जाऊगा, पहला 3 ते जाऊगा, किन्ने ते जाऊगा बच्चों 3 ते। 3 वाली ऑप्शन केड़ी है बच्चों अपनी कल्ली बी वाली, 3 वाली ऑप्शन बच्चों केड़ी अपनी कल्ली बी वाली। तो अपना आंसर क्या होगा 31.67%। बच्चों आंसर क्या होगा अपना 31.67%। बच्चों ਇਹਦੇ ਵਿੱਚ ਦੇਖੋ ਰਾਜੂ ਦੀ ਇਨਕਮ 25% ਜ਼ਿਆਦਾ ਗਈ, ਤਾਂ ਰਾਜੂ ਦੀ ਆਪਾਂ ਕਿੰਨੀ ਲਵਾਂਗੇ 125 ਤੇ ਮੰਨੂ ਦੀ ਕਿੰਨੀ ਲਵਾਂਗੇ ਬੱਚੋ 100। ਇਹਦੀ ਕਿੰਨੀ 25% ਇਨਕਰੀਜ਼ ਹੋਗੀ, 25% ਬੱਚੋ ਕਿੰਨੀ ਹੋਗੀ 31.25 ਤੇ ਇਹਦੀ ਬੱਚੋ ਕਿੰਨੀ 40% ਕਿੰਨੀ ਇਨਕਰੀਜ਼ ਹੋਈ 40। ਦੋਵਾਂ ਦਾ ਇਨਕਰੀਜ਼ ਕਿੰਨਾ ਹੋ ਗਿਆ ਬੱਚੋ 71.25। ਕਿਹਦੇ ਮੁਕਾਬਲੇ ਬੱਚੋ ਦੋਵਾਂ ਦੇ ਟੋਟਲ ਕਿੰਨੀ ਹੁੰਦੀ ਹੈ ਬੱਚੋ 225 * 100। ਜਦੋਂ ਬੱਚੋ ਆਪਾਂ ਸੋਲਵ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਹੋਗਾ 31.67 ਬੱਚੋ ਆਪਣਾ आंसर आऊगा। ठीक है जी, इन्हू ਆਪਾਂ ਇਸ ਤਰ੍ਹਾਂ ਸੋਲਵ ਕਰਾਂਗੇ। ਹਾਂਜੀ ਬੱਚੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਵਾਸਤੇ। ਬੱਚੋ ਜਿਹੜੇ ਆਪਾਂ ਸਮ ਲੈ ਕੇ ਆਉਣੇ ਹੁੰਦੇ ਆ ਇਹ ਆਪਾਂ ਜਿਹੜੇ ਪੀਪੀਐਸਸੀ ਦੇ ਲੈਵਲ ਦੇ ਜਿਵੇਂ ਸੀਨੀਅਰ ਅਸਿਸਟੈਂਟ ਦਾ ਆਪਣਾ ਪੇਪਰ ਹੋਊਗਾ ਉਸ ਤਰ੍ਹਾਂ ਜਿਹੜੇ ਪੇਪਰ ਉਹਨਾਂ ਦੇ ਵਿੱਚ ਕੁਐਸਚਨ ਪਾਏ ਜਾਂਦੇ ਆ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਆ। ਆਪਾਂ ਕੁਝ ਅੱਜ ਪਰਸੈਂਟੇਜ ਦੇ ਕੁਐਸਚਨ ਇਹਨਾਂ ਨੂੰ ਆਪਾਂ ਡਿਸਕਸ ਕੀਤਾ ਸੀ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਬੱਚਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਤੇ ਵੀਡੀਓ ਨੂੰ ਦੇਖਣ ਲਈ ਬੱਚੋ ਤੁਹਾਡਾ ਧੰਨਵਾਦ।